ਪਰਉਪਕਾਰੀ ਗੁਰੂ ਕਾ ਸਿੱਖ ਜਿੱਥੇ ਜਿੱਥੇ ਵੀ ਕੋਈ ਰਹਿੰਦਾ ਉਹ ਬਿਰਛ ਵਰਗਾ ਹੈ। ਪਰਉਪਕਾਰੀ ਉਹਨਾਂ ਦੀ ਸੰਗਤ ਕਰਕੇ ਕੁਝ ਠੰਡ ਪ੍ਰਾਪਤ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਬਦਲ ਰੂਪ ਹੋ ਕਰਕੇ ਇਸ ਮਹੀਨੇ ਦੇ ਵਿੱਚ ਆਪ ਵਰ ਰਹੇ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰਸੰਗ ਹੈ ਗੁਰਮਤਿ ਰਹਿਤ ਮਰਿਆਦਾ। ਆਓ ਸ਼ੁਰੂ ਕਰੀਏ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰਮਤਿ ਰਹਿਤ ਮਰਿਆਦਾ। ਸੰਸਕਾਰ। ਸੰਸਾਰ ਰਚਨ ਸਮੇਂ ਸਰਬ ਕਲਾ ਸਮਰੱਥ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਇੱਕ ਵਾਕ ਨਾਲ ਸਾਰੇ ਸ੍ਰਿਸ਼ਟੀ ਦਾ ਪਸਾਰਾ ਕੀਤਾ ਹੈ। ਕੀਤਾ ਪਸਾਓ ਏਕੋ ਕਵਾਓ। ਓੰਕਾਰ ਉਤਪਾਤੀ ਕੀਆ ਦਿਨਸ ਸਭ ਰਾਤੀ। ਫਿਰ ਰਚਨਾ ਨੂੰ ਖਾਸ ਨਿਯਮ ਆਪਣੇ ਹੁਕਮ ਅਤੇ ਭੈ ਵਿੱਚ ਰੱਖਿਆ ਹੈ। ਹੁਕਮ ਸਾਜ ਹੁਕਮੈ ਵਿੱਚ ਰੱਖੈ ਨਾਨਕ ਸੱਚਾ ਆਪ। ਭੈ ਵਿੱਚ ਪਵਨ ਵਹਿ ਸਦਵਾਓ ਭੈ ਵਿੱਚ ਚੱਲਹਿ ਲਖ ਦਰਿਆਓ। ਸੋ ਸਾਰੇ ਸੂਰਜ ਚੰਦ ਤਾਰੇ ਅਤੇ ਪੌਣ ਪਾਣੀ ਅਗਨੀ ਧਰਤੀ ਆਕਾਸ਼ ਪੰਜੇ ਵਿਰੋਧੀ ਤੱਤ ਨਿਯਮ ਵਿੱਚ ਹੁਕਮ ਵਿੱਚ ਟਿਕਾ ਕੇ ਰੱਖੇ ਹੋਏ ਹਨ। ਸਾਰਾ ਪ੍ਰਬੰਧ ਉਹ ਆਪ ਕਰ ਰਿਹਾ ਹੈ। ਇਸੇ ਪ੍ਰਕਾਰ ਜਿੰਨੇ ਜੀਵ ਜੰਤੂ ਹਨ ਇਹਨਾਂ ਨੂੰ ਮਰਿਆਦਾ ਵਿੱਚ ਚੱਲਣ ਦੀ ਆਗਿਆ ਕੀਤੀ ਹੈ। ਪਰ ਮਾਇਆ ਅਵਿਦਿਆ ਅਤੇ ਅਗਿਆਨ ਦੇ ਪ੍ਰਭਾਵ ਕਰਕੇ ਜੀਵ ਕਈ ਵਾਰੀ ਮਨ ਮਰਜ਼ੀ ਕੁਰੀਤੀਆਂ ਤੇ ਬਦਫੈਲੀਆਂ ਕਰਨ ਲੱਗ ਜਾਂਦਾ ਹੈ। ਦਾਤਾਰ ਦੀ ਉਪਾਸਨਾ ਛੱਡ ਕੇ ਉਸ ਦੀਆਂ ਦਾਤਾਂ ਨੂੰ ਪਿਆਰੀਆਂ ਸਮਝਣ ਲੱਗ ਪੈਂਦਾ ਹੈ। ਜੈਸੇ ਦਾਤ ਪਿਆਰੀ ਵਿਸਰਿਆ ਦਾਤਾਰ। ਪਰਮੇਸ਼ਰ ਦੇ ਪੈਦਾ ਕੀਤੇ ਹੋਏ ਦੇਵੀ ਦੇਵਤਿਆਂ ਦੀਆਂ ਉਪਾਸਨਾ ਵਿੱਚ ਫਸ ਜਾਂਦਾ ਹੈ। ਪੌਣ ਪਾਣੀ ਆਦਿਕ ਤੱਤਾਂ ਨੂੰ ਮੰਨਣਾ, ਬ੍ਰਿਛ ਬੂਟਿਆਂ ਦੀ ਪੂਜਾ ਕਰਨੀ, ਹੋਰ ਥੱਲੇ ਡਿੱਗਦਾ ਡਿੱਗਦਾ ਕਬਰਾਂ ਮੜੀਆਂ ਨੂੰ ਪੂਜਣ ਵਿੱਚ ਲੱਗ ਜਾਂਦਾ ਹੈ ਤੇ ਭਰਮ ਵਹਿਮ ਵਿੱਚ ਰੋਮ ਰੋਮ ਕਰਕੇ ਫਸ ਜਾਂਦਾ ਹੈ। ਕਈ ਅਗਨ ਹੋਤਰ ਕਉ ਕਰੰਤ ਦਸਮ। ਇੱਥੋਂ ਤੱਕ ਕਿ ਉਸ ਪਰਮੇਸ਼ਰ ਦੀ ਹੋਂਦ ਤੋਂ ਵੀ ਕਈ ਵਾਰੀ ਮੁਨਕਰ ਹੋ ਕੇ ਪਾਪ ਉਪਦਰਵ ਕਰਨ ਵਿੱਚ ਲੱਗ ਕੇ ਪਰਮੇਸ਼ਰ ਦੀ ਪ੍ਰਾਪਤੀ ਦਾ ਰਾਹ ਛੱਡ ਕੇ ਭੁੱਲ ਕੇ ਖੋਟੇ ਰਾਹ ਵੱਲ ਚੱਲਣ ਦਾ ਯਤਨ ਕਰਦਾ ਹੈ। ਫਿਰ ਬਹੁਤਾ ਦੁੱਖ ਸਹੇੜ ਲੈਂਦਾ ਹੈ। ਪਿਛਲੇ ਯੁੱਗਾਂ ਵਿੱਚ ਵੀ ਜੀਵ ਭਾਵੇਂ ਇਉਂ ਭਟਕਦੇ ਆਏ, ਪਰ ਕਲਯੁਗ ਦਾ ਸਮਾਂ ਜਦੋਂ ਆਇਆ ਤਾਂ ਕਲਯੁਗ ਰਥ ਅਗਨ ਕਾ ਕੂੜ ਅਗੈ ਰਥ ਵਾਹੋ। ਕੂੜ ਅਗੈ ਰਥ ਵਾਹੋ। ਝੂਠ ਵਿਕਾਰ ਪਾਪ ਭਰਮ ਤੇ ਵਹਿਮਾਂ ਦੀ ਹੱਦ ਹੀ ਹੋ ਗਈ। ਕਲਯੁਗ ਨੇ ਸਾਰੇ ਜੀਵਾਂ ਨੂੰ ਖਾਣ ਤੇ ਭੋਗਣ ਵਿੱਚ ਲਾ ਕੇ ਬਰਬਾਦ ਹੀ ਕਰ ਦਿੱਤਾ। ਅਵਰ ਮਰਤ ਮਾਇਆ ਮਨ ਤੋਲੇ ਤਉ ਭਗ ਮੁਖ ਜਨਮ ਵਿਗੋਇਆ। ਸਾਰੇ ਜੀਵ ਜਦੋਂ ਅਤਿਅੰਤ ਦੁਖੀ ਹੋਏ ਪਰਮੇਸ਼ਰ ਅੱਗੇ ਪੁਕਾਰ ਕਰਨ ਲੱਗੇ ਤਾਂ ਤਰਸ ਕਰਕੇ ਵਾਹਿਗੁਰੂ ਨੇ ਆਪਣਾ ਸਰਗੁਣ ਸਰੂਪ ਪ੍ਰਗਟ ਕੀਤਾ। ਪਰਮੇਸ਼ਰ ਦੀ ਪ੍ਰਾਪਤੀ ਦਾ ਸਿੱਧਾ ਰਾਹ ਦੱਸਿਆ। ਭੂਲੇ ਮਾਰਗ ਜਿਨਹਿ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਮਾਤਾ ਦੇ ਗਰਭ ਤੋਂ ਲੈ ਕੇ ਮਰਨ ਪਰਯੰਤ ਸਾਰੀ ਮਰਿਆਦਾ ਆਪ ਕਾਇਮ ਕੀਤੀ ਤੇ ਉਸ ਤੇ ਚੱਲਣ ਦੀ ਆਗਿਆ ਕੀਤੀ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਜੋ ਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਜੋ ਉਸ ਨਿਯਮ ਅਥਵਾ ਗੁਰ ਮਰਿਆਦਾ ਵਿੱਚ ਚੱਲਣ ਉਹਨਾਂ ਨੂੰ ਹੀ ਸਤਿਗੁਰਾਂ ਨੇ ਆਪਣੇ ਸਿੱਖ ਸਖਾ ਸੰਬੰਧੀ ਤੇ ਭਰਾ ਕਿਹਾ ਹੈ। ਮਨ ਮਤੀਏ ਤਾਂ ਵਿਛੜ ਵਿਛੜ ਕੇ ਚੋਟਾਂ ਹੀ ਖਾਂਦੇ ਹਨ।
ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰਖੇ ਭਾਣੇ ਵਿੱਚ ਆਵੈ। ਆਪਣੇ ਭਾਣੈ ਜੋ ਚੱਲੈ ਭਾਈ, ਵਿਛੜ ਚੋਟਾ ਖਾਵੈ। ਗੁਰੂ ਘਰ ਵਿੱਚ ਸਤਿਗੁਰ ਪਰਮੇਸ਼ਰ ਦੀ ਰਜਾ, ਭਾਣੇ ਹੁਕਮ ਤੇ ਆਗਿਆ ਵਿੱਚ ਚੱਲਣ ਦੀ ਬਹੁਤ ਹੀ ਮਹਾਨਤਾ ਹੈ। ਗੁਰਮੁਖ ਤੇਰਾ ਭਾਣਾ ਭਾਵੈ, ਤੇਰਾ ਭਾਣਾ ਮੰਨੇ, ਸੋ ਮਿਲੈ ਤੁਧ ਆਏ। ਜਿਸ ਭਾਣਾ ਭਾਵੈ, ਸੋ ਤੁਝੇ ਸਮਾਏ। ਮਾਨੈ ਹੁਕਮ, ਸੋ ਹੈ ਦਰ ਸਾਚੈ, ਆਕੀ ਮਰਹਿ ਅਫਾਰੀ। ਸੋ ਗੁਰੂ ਦਾ ਹੁਕਮ ਹੈ, ਗੁਰ ਕੀ ਟਹਿਲ, ਗੁਰੂ ਕੀ ਸੇਵਾ, ਗੁਰ ਕੀ ਆਗਿਆ ਪਾਣੀ। ਸੋ ਗੁਰਮੁਖ ਗਾਡੇ ਰਾਹੋ ਚਲੰਦਾ। ਵਾਰ 40। ਇਸ ਸਾਰੇ ਮਰਿਆਦਾ ਨੂੰ 5 ਹਿੱਸਿਆਂ ਵਿੱਚ ਵੰਡਿਆ, ਜਿਨ੍ਹਾਂ ਨੂੰ ਸੰਸਕਾਰ ਕਿਹਾ ਜਾਂਦਾ ਹੈ। ਸੰਸਕਾਰ ਧਰਮ ਮਰਿਆਦਾ ਨਾਲ ਕੀਤਾ ਹੋਇਆ ਉਹ ਕਰਮ, ਜਿਸ ਦਾ ਅਸਰ ਚਿੱਤ ਤੇ ਬਣਿਆ ਰਹੇ। ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਭਾਵ ਹੈ ਸ਼ੁੱਧ ਕਰਨਾ ਜਾਂ ਠੀਕ ਕਰਨਾ। ਧਾਰਮਿਕ ਸੰਸਕਾਰ ਹੀ ਸਿੱਖ ਨੂੰ ਰਹਿਤ ਮਰਿਆਦਾ ਵਿੱਚ ਪਰਪੱਕ, ਉੱਚੇ ਜੀਵਨ ਵਾਲਾ, ਦ੍ਰਿੜ ਭਰੋਸੇ ਤੇ ਗੁਰੂ ਕੀ ਆਗਿਆ ਨੂੰ ਸਿਰ ਮੱਥੇ ਤੇ ਮੰਨ ਕੇ ਸਭ ਕੁਝ ਕੁਰਬਾਨ ਕਰਨ, ਤਨ ਮਨ ਧਨ ਗੁਰੂ ਕੇ ਚਰਨਾਂ ਵਿੱਚ ਸਮਰਪਣ ਕਰਕੇ ਹੁਕਮ ਮੰਨ ਕੇ ਪ੍ਰਵਾਨ ਹੋਣ ਤੱਕ ਪਹੁੰਚਾਉਂਦੇ ਹਨ। ਸੋ ਧਾਰਮਿਕ ਸੰਸਕਾਰਾਂ ਅਨੁਸਾਰ ਚੱਲ ਕੇ ਆਪਣਾ ਜੀਵਨ ਹਰੇਕ ਗੁਰਸਿੱਖ ਮਾਈ ਭਾਈ ਨੂੰ ਸਫਲਾ ਕਰਨਾ ਚਾਹੀਦਾ ਹੈ। ਪਹਿਲਾ ਸੰਸਕਾਰ ਹੈ ਜਨਮ ਸੰਸਕਾਰ। ਜਨਮ ਸੰਸਕਾਰ ਵਿੱਚ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਸਿੱਖ ਸਿੱਖਣੀ ਵਾ ਸਿੰਘ ਸਿੰਘਣੀ ਜਿਨ੍ਹਾਂ ਨੇ ਬੱਚੇ ਦੇ ਮਾਤਾ ਪਿਤਾ ਬਣਨਾ ਹੈ, ਉਹਨਾਂ ਦਾ ਆਪਣਾ ਜੀਵਨ ਧਾਰਮਿਕ ਤੌਰ ਤੇ ਉੱਚਾ ਹੋਵੇ। ਦੋਵੇਂ ਅੰਮ੍ਰਿਤਧਾਰੀ ਤੇ ਜਾਤ ਸਤ ਵਿੱਚ ਪਰਪੱਕ ਹੋਣ। ਸਿੰਘ ਲਈ ਇਹ ਜ਼ਰੂਰੀ ਹੈ ਕਿ ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣਾ। ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੈ। ਵੱਡਾ ਕੁਕਰਮੀ ਆਖੀਐ, ਧੀ ਭੈਣ ਹੋ ਸੰਗੈ। ਭਾਵ ਭਾਵੇਂ ਕਿੱਡਾ ਵੀ ਕੋਈ ਕੁਕਰਮੀ ਹੋਵੇ, ਜਿਵੇਂ ਉਹ ਆਪਣੀ ਸਕੀ ਧੀ ਭੈਣ ਨਾਲ ਕੁਰੀਤੀ ਕਰਨ ਤੋਂ ਜ਼ਰੂਰ ਸੰਕੋਚਦਾ ਹੈ, ਇਵੇਂ ਜਦੋਂ ਬੇਗਾਨੀਆਂ ਸਾਰੀਆਂ ਨੂੰ ਸਖੀਆਂ ਮਾਵਾਂ ਭੈਣਾਂ ਧੀਆਂ ਸਮਝੇ ਤਾਂ ਆਪੇ ਜੀਵਨ ਉੱਚਾ ਰਹੇ, ਨਹੀਂ ਤਾਂ ਰੂਪ ਡੰਨ ਮਿਲੇਗਾ। ਪੜਤਰਿਆ ਰਾਵਣ ਜਾਹੇ, ਸਹੀ ਤਾਂ ਲਾਜੀਆ ਹੈ। ਬੀਬੀ ਦਾ ਜੀਵਨ ਵੀ ਇਸੇ ਤਰ੍ਹਾਂ ਉੱਚਾ ਪ੍ਰਤੀਬੱਧਤਾ ਧਰਮ ਵਿੱਚ ਪਰਪੱਕ ਹੋਣਾ ਚਾਹੀਦਾ ਹੈ। ਆਪਣੇ ਪਤੀ ਨੂੰ ਹੀ ਪਰਮੇਸ਼ਰ ਰੂਪ ਕਰਕੇ ਜਾਣੇ। ਜੈਸੇ ਕਹੋ ਨਾਨਕ, ਜਿਨ ਪ੍ਰਿਯੋ ਪਰਮੇਸ਼ਰ ਕਰ ਜਾਣਿਆ, ਧਨ ਸਤੀ ਦਰਗਾਹ ਪਰਵਾਨਿਆ। ਆਪਣੇ ਪਤੀ ਤੋਂ ਬਿਨਾਂ ਬਾਕੀ ਵੱਡਿਆਂ ਨੂੰ ਪਿਤਾ, ਬਰਾਬਰ ਦਿਆਂ ਨੂੰ ਭਰਾ ਤੇ ਛੋਟਿਆਂ ਨੂੰ ਪੁੱਤਰਾਂ ਦੀ ਨਿਗਾਹ ਨਾਲ ਵੇਖੇ। ਹੋਰ ਬੇਗਾਨੇ ਪਤੀ ਨੂੰ ਮੈਲੀ ਨਿਗਾਹ ਨਾਲ ਨਾ ਦੇਖੇ। ਨਾ ਕੋਈ ਗੁਪਤ ਵਿਕਾਰ ਦੀ ਗੱਲ ਕਰੇ ਤੇ ਨਾ ਸੁਣੇ। ਤਨ ਮਨ ਪਤੀ ਦੀ ਸੇਵਾ ਵਿੱਚ ਦੇਵੇ। ਸਹਿ ਕੀ ਸਾਰ ਸੁਹਾਗਣ ਜਾਣੈ, ਤਾਜ ਅਭਿਮਾਨ ਸੁਖ ਰਲਿਆ ਮਨ। ਤਨ ਮਨ ਦੇ ਨਾ ਅੰਤਰ ਰਾਖੈ, ਆਵਰਾ ਦੇਖ ਨਾ ਸੁਣੈ ਅਪਾਖੈ। ਹੋਰ ਪਤੀ ਦੀ ਪ੍ਰਸੰਨਤਾ ਲਈ ਸ਼ੁਭ ਗੁਣਾਂ ਦਾ ਹੀ ਸ਼ਿੰਗਾਰ ਹੋਵੇ। ਸੰਤਾਂ ਕੀ ਹੋਏ ਦਾਸਰੀ, ਇਹੋ ਆਚਾਰਾ ਸਿੱਖ ਰੀ। ਸਗਲ ਗੁਣਾ ਗੁਣ ਉਤਮੋ, ਭਰਤਾ ਦੂਰ ਨਾ ਪਿਖਰੀ। ਇਹੋ ਮਨ ਸੁੰਦਰ ਆਪਣਾ, ਹਰ ਨਾਮ ਮਜੀਠੈ ਰੰਗ ਰੀ। ਤਿਆਗ ਸਿਆਣਪ ਚਾਤੁਰੀ,
ਤੂੰ ਜਾਣ ਗੋਪਾਲਹਿ ਸੰਗ ਰੀ। ਪਤੀ ਦੀ ਆਗਿਆ ਵਿੱਚ ਚੱਲਣ ਨੂੰ ਅਸਲ ਸ਼ਿੰਗਾਰ ਸਮਝੇ। ਭਰਤਾ ਕਹੈ ਸੋ ਮਾਨੀਐ, ਇਹੋ ਸਿਗਾਰ ਬਣਾਏ ਰੀ। ਸਾਬਤ ਸੂਰਤ ਵਿਗਾੜ ਕੇ ਗਹਿਣੇ ਪਾਉਣ ਦੀ ਆਗਿਆ ਨਹੀਂ, ਸਗੋਂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਘਰ ਛੇਵਾਂ ਮਹੱਲਾ ਪਹਿਲਾ। ਮਨ ਮੋਤੀ ਜੇ ਗਹਿਣਾ ਹੋਵੈ, ਪਾਉਣ ਹੋਵੈ ਸੂਤ ਧਾਰੀ। ਖੀਮਾ ਸਿਗਾਰ ਕਾਮਣ ਤਨ ਪਹਿਰੈ, ਰਾਵੈ ਲਾਲ ਪਿਆਰੀ। ਲਾਲ ਬਹੁ ਗੁਣ ਕਾਮਨ ਮੋਹੀ, ਤੇਰੇ ਗੁਣ ਹੋਏ ਨਾ ਅਵਰੇ। ਰਹਾਉ ਹਰ ਹਰ ਹਾਰ ਕੰਠਲੇ ਪਹਿਰੈ, ਦਾਮੋਦਰ ਦੰਤ ਲਈ। ਕਰ ਕਰ ਕਰਤਾ ਕੰਗਣ ਪਹਿਰੈ, ਇਨ ਬਿਦ ਚਿਤ ਧਰੇਈ। ਮਧਸੂਦਨ ਕਰ ਮੁੰਦਰੇ ਪਹਿਰੈ, ਪਰਮੇਸ਼ਰ ਪਟ ਲਈ। ਧੀਰਜ ਧੜੀ ਬੰਧਾਵੈ ਕਾਮਣ, ਸਿਰੀ ਰੰਗ ਸੁਰਮਾ ਦੇਈ। ਮਨ ਮੰਦਰ ਜੇ ਦੀਪਕ ਜਾਲੇ, ਕਾਇਆ ਸੇਜ ਕਰੇਈ। ਗਿਆਨ ਰਾਓ ਜਬ ਸੇਜੈ ਆਵੈ, ਤਾ ਨਾਨਕ ਭੋਗ ਕਰੇਈ। ਗਿਆਨ ਰਾਓ ਜਬ ਸੇਜੈ ਆਵੈ, ਤਾ ਨਾਨਕ ਭੋਗ ਕਰੇਈ। ਆਪਣੇ ਪਤੀ ਨੂੰ ਵਸ ਕਰਨ ਵਾਸਤੇ ਜੰਤਰ ਮੰਤਰ ਤੰਤਰ ਨਾ ਕਰਾਉਂਦੀ ਫਿਰੇ। ਨਿਵਣ ਸੋ ਅੱਖਰ ਖਾਵਣ ਗੁਣ, ਜਿਹਬਾ ਮਣੀਆਂ ਮੰਤ। ਇਹ ਤ੍ਰੈ ਭੈਣੇ ਵੇਸ ਕਰ, ਤਾਂ ਵਸ ਆਵੀ ਕੰਤ। ਇਉਂ ਸਿੰਘ ਸਿੰਘਣੀ ਦਾ ਰਹਿਤ ਮਰਿਆਦਾ ਵਿੱਚ ਪਰਪੱਕ ਸਿਮਰਨ ਭਜਨ ਨਿਤਨੇਮ ਵਾਲਾ ਜੀਵਨ। ਧਰਮ ਦੇ ਕਿਰਤ ਵੰਡ ਕੇ ਛਕਣਾ, ਗੁਰੂ ਘਰ ਦਾ ਦਸਵੰਧ ਦੇਣਾ। ਨਿਸ਼ਕਪਟ ਨਿਰਸ਼ਲ ਸਾਦਾ ਜੀਵਨ ਜਿਉਣ ਵਾਲਾ ਗ੍ਰਸਤ ਸਵਰਗ ਤੋਂ ਵੀ ਵੱਧ ਸੁਖਦਾਈ ਹੈ। ਵੈਰਾਗ ਸਹਿਤ ਵਿਚਾਰ ਵਾਲਾ ਹੋਵੇ। ਇਸਤਰੀ ਪੁਰਖੈ ਅਤ ਨੇਹੋ, ਬਹਿ ਮੰਦ ਪਕਾਇਆ। ਦਿਸਦਾ ਸਭ ਕਿਛ ਚੱਲ ਸੀ, ਮੇਰੇ ਪ੍ਰਭ ਭਾਇਆ। ਕਿਉ ਰਹੀਆ ਥਿਰ ਜਗ, ਕੋ ਕੱਢੋ ਉਪਾਇਆ। ਗੁਰ ਪੂਰੇ ਕੀ ਚਾਕਰੀ, ਥਿਰ ਕੰਧ ਸਬਾਇਆ। ਨਾਨਕ ਬਖਸ਼ ਮਿਲਾਇਨ, ਹਰ ਨਾਮ ਸਮਾਇਆ। ਧਨ ਪਿਰ ਇਹ ਨਾ ਆਖੀਨ, ਬਹਿਨ ਇਕੱਠੇ ਹੋਏ। ਏਕ ਜੋਤ ਦੋਇ ਮੂਰਤੀ, ਧਨ ਪਿਰ ਕਹੀਐ ਸੋਏ। ਕੇਵਲ ਸੰਸਾਰਕ ਵਿਹਾਰ ਕਰਨ ਵਾਸਤੇ ਇਕੱਠੇ ਹੋਣਾ ਹੀ ਇਸਤਰੀ ਪਤੀ ਪੁਣਾ ਨਹੀਂ, ਸਗੋਂ ਵੇਖਣ ਨੂੰ ਬਾਹਰੋਂ ਦੋ ਸੂਰਤਾਂ ਪ੍ਰਤੀਤ ਹੋਣ, ਪਰ ਅੰਦਰੋਂ ਦੋਹਾਂ ਦੀ ਜੀਰਤ ਤੇ ਮਨ ਕਰਕੇ ਏਕਤਾ ਹੋਵੇ। ਧਰਮ ਇੱਕ ਹੋਵੇ, ਨਿਸ਼ਚਾ ਇੱਕ ਪਰਮੇਸ਼ਰ ਤੇ ਹੋਵੇ। ਉਹ ਪਤੀ ਸਤੀ ਹਨ, ਕਿਉਂਕਿ ਜੇ ਗੱਡੇ ਦੇ ਦੋਵੇਂ ਪਹੀਏ ਬਰਾਬਰ ਹੋਣ ਤਾਂ ਹੀ ਠੀਕ ਚੱਲ ਸਕਦਾ ਹੈ। ਇਉਂ ਗ੍ਰਸਤ ਰੂਪ ਗੱਡੀ ਦੇ ਪਤੀ ਸਤੀ ਦੋ ਪਹੀਏ ਹਨ। ਇੱਕੋ ਜਿਹਾ ਹੀ ਉਹਨਾਂ ਦਾ ਜੀਵਨ ਹੋਣਾ ਚਾਹੀਦਾ ਹੈ। ਉਹਨਾਂ ਦੇ ਸੰਬੰਧ ਕਰਕੇ ਜੋ ਔਲਾਦ ਹੋਵੇਗੀ ਉਹ ਉੱਚੇ ਜੀਵਨ ਵਾਲੀ ਹੋਵੇਗੀ। ਔਲਾਦ ਦੀ ਪ੍ਰਾਪਤੀ ਕਰਨ ਵਾਸਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸੰਗਤ ਅੱਗੇ ਹੀ ਅਰਦਾਸ ਕਰਨੀ ਹੈ। ਹੋਰ ਕੋਈ ਪੀਰ ਫਕੀਰ ਕਬਰ ਮੜੀ, ਜਾਦੂ ਟੂਣਾ ਤਵੀਤ, ਬਲੀ ਦੇਣੀ, ਚੁਰਸਤੇ ਚ ਨਹਾਉਣਾ, ਸਿਵਿਆਂ ਤੇ ਮਾਸ ਰਿੰਨਣਾ, ਖੂਹ ਵਿੱਚ ਜਾਲ ਪਾ ਕੇ ਨਹਾਉਣਾ, ਜਾਂ ਮੰਜਾ ਬੰਨ ਕੇ ਪਾਣੀ ਨੇੜੇ ਜਾ ਕੇ ਰੋਟੀਆਂ ਪਕਾਉਣੀਆਂ। ਦੀਵਾਲੀ ਵਾਲੀ ਰਾਤ
ਬੇਗਾਨੇ ਬੱਚਿਆਂ ਦੇ ਕੇਸ ਮੁੰਨਕੇ ਆਦਿਕ ਅਤਿਅੰਤ ਮਨਾ ਹਨ। ਕੇਵਲ ਪਰਮੇਸ਼ਰ ਅੱਗੇ ਹੀ ਅਰਦਾਸ ਕਰਨੀ ਹੈ। ਮਾਨ ਮੰਗੋ ਤਾਨ ਮੰਗੋ, ਧਨ ਲਖਮੀ ਸੁਤ ਦੇਹ। ਪਰਮੇਸ਼ਰ ਦੀ ਕਿਰਪਾ ਨਾਲ ਗਰਭ ਧਾਰਨ ਹੋਵੇ ਤਾਂ ਗਰਭ ਦੀ ਰੱਖਿਆ ਵਾਸਤੇ ਬੱਚੇ ਦੇ ਉੱਚੇ ਜੀਵਨ ਲਈ ਮੂਲ ਮੰਤਰ ਦਾ ਪਾਠ ਕਰਨਾ ਚਾਹੀਦਾ ਹੈ। ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਹਸਤ ਕਾਇਆ ਰੱਖਿਆ ਪਰਮੇਸ਼ਰ ਹੈ। ਆਤਮ ਰੱਖਿਆ ਗੋਪਾਲ ਸੁਆਮੀ, ਧਨ ਚਰਨ ਰੱਖਿਆ ਜਗਦੀਸ਼ਵਰ ਹੈ। ਸਰਬ ਰੱਖਿਆ ਗੁਰ ਦਇਆਲਾ ਹੈ, ਭੈ ਦੋਖ ਵਿਨਾਸ਼ਨ ਹੈ। ਭਗਤ ਵਸ਼ਲ ਅਨਾਥ ਨਾਥੇ, ਸਰਨ ਨਾਨਕ ਪੁਰਖ ਅਚੁੱਤ ਹੈ। ਤਾਤੀ ਵਾਉ ਨ ਲੱਗਈ, ਪਾਰ ਬ੍ਰਹਮ ਸਰਣਾਈ। ਚਾਉ ਗਿਰਦ ਹਮਾਰੇ ਰਾਮਕਾਰ, ਦੁੱਖ ਲੱਗੈ ਨਾ ਭਾਈ। ਰੋਗਣ ਤੇ ਅਰ ਸੋਗਣ ਤੇ, ਜਲ ਜੋਗਣ ਤੇ ਬਹੁ ਭਾਂਤ ਬਚਾਵੈ। ਦਸਮ, ਆਦ ਸ਼ਬਦ ਪੜ੍ਹਨੇ ਚਾਹੀਦੇ ਹਨ। ਹੋਰ ਕਿਸੇ ਪ੍ਰਕਾਰ ਦਾ ਟੂਣਾ ਆਦਿਕ ਨਹੀਂ ਕਰਨਾ। ਇਹਨਾਂ ਦਿਨਾਂ ਵਿੱਚ ਸਿੰਘ ਸਿੰਘਣੀ ਨੂੰ ਵਿਸ਼ੇਸ਼ ਸਿਮਰਨ ਭਜਨ ਕਰਨਾ ਚਾਹੀਦਾ ਹੈ, ਜਿਸ ਦਾ ਬੱਚੇ ਦੇ ਜੀਵਨ ਤੇ ਬੜਾ ਅਸਰ ਪੈਂਦਾ ਹੈ। ਜਿਵੇਂ ਇੰਦਰ ਦੇਵਤਾ ਹਰਨਾਕਸ਼ ਦੈਂਤ ਨੂੰ ਹਰਾ ਕੇ ਉਸ ਦੀ ਪਤਨੀ ਧਾਏ ਨੂੰ ਪਕੜ ਕੇ ਲੈ ਗਿਆ। ਨਾਰਦ ਜੀ ਦੇ ਕਹਿਣ ਤੇ ਕਿ ਇਸ ਦੇ ਪੇਟੋਂ ਮਹਾਨ ਭਗਤ ਪੈਦਾ ਹੋਣਾ ਹੈ, ਜਿਸ ਕਰਕੇ ਉਸ ਨੂੰ ਜੰਗਲ ਵਿੱਚ ਰਿਖੀਆਂ ਦੇ ਪਾਸ ਛੱਡ ਦਿੱਤਾ, ਜਿੱਥੇ ਕਿ ਰਿਖੀਆਂ ਦੇ ਸਿਮਰਨ ਭਜਨ ਤੇ ਚੰਗੇ ਉਪਦੇਸ਼ ਦਾ ਮਾਤਾ ਦੇ ਗਰਭ ਵਿੱਚ ਹੀ ਪ੍ਰਹਿਲਾਦ ਭਗਤ ਤੇ ਬਹੁਤ ਚੰਗਾ ਅਸਰ ਪਿਆ। ਆਪਣੇ ਘਰ ਵਿੱਚ ਕੋਈ ਵੇਸਵਾ ਆਦਿਕ ਦੀ ਗੰਦੀ ਫੋਟੋ ਨਹੀਂ ਲਾਉਣੀ, ਗੰਦੇ ਰਿਕਾਰਡ ਨਹੀਂ ਸੁਣਨੇ, ਸਗੋਂ ਹਰ ਸਮੇਂ ਬਾਣੀ, ਕੀਰਤਨ, ਕਥਾ, ਸਿਮਰਨ ਵਿੱਚ ਲੀਨ ਰਹਿਣਾ ਤੇ ਘਰ ਵਿੱਚ 10 ਹੀ ਸਤਿਗੁਰਾਂ ਦੀਆਂ ਜਾਂ ਯੋਧੇ, ਸ਼ਹੀਦਾਂ, ਸੂਰਬੀਰਾਂ, 5 ਪਿਆਰਿਆਂ, 4 ਸਾਹਿਬਜ਼ਾਦਿਆਂ ਦੀ ਕੁਰਬਾਨੀ, ਭਾਈ ਮਣੀ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਭਾਈ ਸ਼ਾਹਬਾਜ਼ ਸਿੰਘ ਜੀ, ਭਾਈ ਸੁਬੇਗ ਸਿੰਘ ਜੀ, ਚਰਖੜੀ ਚੜ੍ਹਨ ਸਮੇਂ ਦੀਆਂ ਸਿਮਰਨ ਭਜਨ ਵਿੱਚ ਲੀਨ ਰਹਿਤ, ਮਰਿਆਦਾ ਵਿੱਚ ਪਰਪੱਕ ਮਹਾਂਪੁਰਖਾਂ ਦੀਆਂ ਫੋਟੋਆਂ ਘਰ ਵਿੱਚ ਹੋਣ, ਜਿਨ੍ਹਾਂ ਦੇ ਮੱਥੇ ਲੱਗਣ ਤੋਂ, ਦਰਸ਼ਨ ਹੋਣ ਤੋਂ ਬਹੁਤ ਹੀ ਸੋਹਣਾ ਪ੍ਰਭਾਵ ਮਨ ਤੇ ਪਵੇ। ਹੁਣ ਇਸ ਦੇ ਨਾਲ ਹੀ ਸਾਖੀ ਜੁੜਦੀ ਹੈ, ਸਾਖੀ ਜੈਦ ਪੁਰਾਣੇ ਦੀ। ਮਾਲਵੇ ਵਿੱਚ ਗੁਰੂ ਸਰ ਮਰਹਾਜ ਵਿੱਚ ਹਜੂਰ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਜਿਸ ਵਕਤ ਕਾਲੇ ਦਾ ਜੰਗ ਕਰਵਾ ਕੇ ਫੋਲਕਿਆਂ ਦੀ ਜਿੱਤ ਕਰਵਾਉਣ ਲੱਗੇ ਸਨ, ਤਾਂ ਉੱਥੇ ਜੈਦ ਪੁਰਾਣਾ ਬੜਾ ਭਾਰੀ ਯੋਧਾ ਸੀ ਤੇ ਉਹ ਜਿੱਤਿਆ ਨਹੀਂ ਸੀ ਜਾਂਦਾ। ਕਾਲੇ ਨਾਲ ਜੰਗ ਕਰਦੇ ਸਮੇਂ ਜੈਦ ਪੁਰਾਣੇ ਨੇ ਵਾਰ ਕਰਕੇ ਉਸ ਦੇ 2 ਦੰਦ ਤੋੜ ਦਿੱਤੇ। ਤਾਂ ਕਾਲੇ ਨੇ ਸ੍ਰੀ ਸਤਿਗੁਰੂ ਜੀ ਨੂੰ ਕਿਹਾ ਕਿ ਆਪ ਜੀ ਤਾਂ ਕਹਿੰਦੇ ਸੀ ਕਿ ਜੈਦ ਪੁਰਾਣਾ ਬਹੁਤ ਬਲੀ ਹੈ, ਪਰ ਉਹ ਸਿਵਾਏ ਮੇਰੇ 2 ਦੰਦ ਤੋੜਨ ਦੇ ਹੋਰ ਕੁਝ ਵੀ ਨਹੀਂ ਕਰ ਸਕਿਆ। ਸਤਿਗੁਰੂ ਜੀ ਨੇ ਕਿਹਾ, ਨਹੀਂ ਭਾਈ, ਇਹ ਜੈਦ ਪੁਰਾਣਾ ਬੜਾ ਬਲੀ ਸੀ। ਉਹ ਜਿਸ ਦਿਨ ਮਾਤਾ ਦੇ ਉਦਰ ਵਿੱਚ ਆਇਆ ਸੀ, ਉਸ ਦਿਨ ਦੀ ਗੱਲ ਹੈ ਕਿ ਜਿਸ ਵਕਤ ਇਸ ਦੀ ਮਾਤਾ ਕੋਠੇ ਤੇ ਸੁੱਤੀ ਪਈ ਸੀ, ਜੰਗਲ ਵਿੱਚੋਂ ਇੱਕ ਸ਼ੇਰ ਆਇਆ ਜੋ ਛੱਪੜ ਚੋਂ ਪਾਣੀ ਪੀ ਕੇ ਗਰਜਿਆ। ਜਿਸ ਦੀ ਆਵਾਜ਼ ਸੁਣ ਕੇ ਉਹ ਜਾਗ ਪਈ ਅਤੇ ਪਾਣੀ ਦੇ ਵਿੱਚ ਦੀ ਸ਼ੇਰ ਦਾ ਮੂੰਹ ਦਿਸਿਆ ਤੇ ਚੜ੍ਹਦਾ ਸੂਰਜ ਮੱਥੇ ਲੱਗਾ। ਉਸ ਕਰਕੇ ਜੈਦ ਪੁਰਾਣੇ ਵਿੱਚ ਤਾਕਤ ਸੀ, ਉਹ ਬੜਾ ਬਲੀ ਸੀ, ਉਸ ਦੇ ਬਲ ਦਾ ਅੰਤ ਨਹੀਂ ਸੀ। ਕਾਲਿਆ, ਤੂੰ ਇਉਂ ਨਾ ਸਮਝ ਲਈ ਕਿ ਉਸ ਦੀ ਬਰਛੀ ਨੇ ਤੇਰੇ 2 ਦੰਦ ਹੀ ਭੰਨੇ ਹਨ। ਅਸੀਂ ਤੇਰੀ ਰੱਖਿਆ ਕਰਨ ਵਾਸਤੇ ਆਪਣੇ ਹੱਥ ਵਿੱਚ ਲੋਹੇ ਦੀ
ਅਹਿਰਨ ਪਕੜੀ ਹੋਈ ਸੀ। ਉਸ ਦੇ ਡੋਲਿਆਂ ਨੂੰ 2 ਬੀਰ ਅਤੇ ਲੱਤਾਂ ਨੂੰ 2 ਸੂਰਮੇ ਚੰਬੜੇ ਹੋਏ ਸਨ। ਉਸ ਦੀ ਬਰਛੀ ਅਹਿਰਨ ਨੂੰ ਵਿੰਨ ਕੇ ਸਾਡੀ ਹਥੇਲੀ ਵਿੱਚ ਲੱਗ ਕੇ ਰੁਕ ਗਈ ਤੇ ਉਸ ਧੱਕੇ ਨੇ ਤੇਰੇ 2 ਦੰਦ ਭੰਨੇ ਹਨ, ਨਹੀਂ ਤਾਂ ਉਸ ਨੇ ਤੈਨੂੰ ਛੱਡਣਾ ਨਹੀਂ ਸੀ। ਗੁਰੂ ਸਾਹਿਬ ਜੀ ਨੇ ਆਪਣੀ ਹਥੇਲੀ ਦਾ ਜ਼ਖਮ ਵੀ ਵਿਖਾਇਆ। ਇਹ ਦੇਖ ਕੇ ਕਾਲੇ ਨੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ। ਇਸ ਪ੍ਰਕਾਰ ਜੋ ਗਰਭ ਧਾਰਨ ਵੇਲੇ ਮੱਥੇ ਲੱਗਦਾ ਹੈ, ਉਸ ਦਾ ਬੱਚੇ ਤੇ ਅਸਰ ਪੈ ਜਾਂਦਾ ਹੈ। ਜਦੋਂ ਵਾਹਿਗੁਰੂ ਦੀ ਬਖਸ਼ਿਸ਼ ਹੋਵੇ, ਬੱਚਾ ਜਨਮ ਲਵੇ, ਉਸ ਵੇਲੇ ਸਭ ਤੋਂ ਪਹਿਲਾਂ ਉਸ ਨੂੰ ਵਾਹਿਗੁਰੂ ਗੁਰਮੰਤਰ ਸੁਣਾਉਣਾ ਚਾਹੀਦਾ ਹੈ। ਦਾਈ ਵੀ ਸਿੱਖਣੀ ਹੋਵੇ, ਜੋ ਕਿ ਗੁਰਸਿੱਖੀ ਦੇ ਸੰਸਕਾਰ ਬੱਚੇ ਨੂੰ ਪਾਵੇ। ਬੱਚੇ ਦੇ ਜਨਮ ਸਮੇਂ ਕੋਸੇ ਜਲ ਨਾਲ ਇਸ਼ਨਾਨ ਕਰਵਾ ਕੇ ਰੂਹ ਵਿੱਚ ਲਪੇਟ ਕੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਲਿਜਾ ਕੇ ਸਤਿਗੁਰਾਂ ਨੂੰ ਮੱਥਾ ਟਿਕਾਉਣਾ ਹੈ। ਕੜਾਹ ਪ੍ਰਸ਼ਾਦ ਦੀ ਦੇਗ ਹਜ਼ੂਰੀ ਵਿੱਚ ਲਿਆ ਕੇ ਅੰਮ੍ਰਿਤ ਤਿਆਰ ਕਰਕੇ ਬੱਚੇ ਦੇ ਮੁਖ ਵਿੱਚ ਪਾਉਣਾ ਇਹ ਪਹਿਲੀ ਗੁੜਤੀ ਹੈ। ਸੰਤ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਦਾ ਜਨਮ ਸੰਸਕਾਰ ਵੀ ਇਸੇ ਤਰ੍ਹਾਂ ਉਹਨਾਂ ਦੇ ਸਤਿਕਾਰਯੋਗ ਪਿਤਾ ਬਾਬਾ ਖਜਾਨ ਸਿੰਘ ਜੀ, ਜੋ ਗੁਰਬਾਣੀ ਦੇ ਨਿਤਨੇਮੀ, ਪ੍ਰੇਮੀ ਤੇ ਅੰਮ੍ਰਿਤਧਾਰੀ ਸਨ, ਨੇ ਕੀਤਾ ਸੀ। ਇਹ ਸੋਹਣੀ ਪਰਪਾਟੀ ਸਭ ਅੰਮ੍ਰਿਤਧਾਰੀ ਸਿੰਘਾਂ ਵਿੱਚ ਪ੍ਰਚਲਿਤ ਹੈ। ਸੋ ਇਹ ਗੁਰਮਤ ਅਨੁਸਾਰ ਸਭ ਤੋਂ ਪਵਿੱਤਰ ਗੁੜਤੀ ਹੈ। ਫਿਰ ਸਤਿਗੁਰਾਂ ਅੱਗੇ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਬੱਚੇ ਦਾ ਨਾਮ ਸ੍ਰੀ ਮੁਖ ਵਾਕ ਦੇ ਪਹਿਲੇ ਅੱਖਰ ਤੋਂ ਰੱਖ ਕੇ ਕੜਾਹ ਪ੍ਰਸ਼ਾਦ ਵਰਤਾਇਆ ਜਾਵੇ। ਤਦ ਬੱਚੇ ਨੂੰ ਮਾਤਾ ਦਾ ਦੁੱਧ ਚੁੰਘਾਇਆ ਜਾਵੇ, ਜਿਸ ਕਰਕੇ ਬਾਲਕ ਸੂਰਬੀਰ ਯੋਧਾ, ਬੜੀ ਭਗਤ, ਦਾਨੀ, ਉੱਚੇ ਜੀਵਨ ਵਾਲਾ ਗੁਰਸਿੱਖ ਬਣੇ। ਹੋਰ ਕਿਸੇ ਬ੍ਰਿਧ ਮਾਈ ਤੋਂ ਮਿੱਠੇ ਜਾਂ ਖੰਡ ਆਦਿਕ ਦੀ ਗੁੜਤੀ ਦੇਣੀ ਮਨਮਤ ਹੈ। ਹੋਰ ਰੱਖ, ਤਵੀਤ ਜਾਂ ਟੂਣਾ ਬੱਚੇ ਦੇ ਹੱਥ ਜਾਂ ਗਲ ਵਿੱਚ ਬੰਨਣਾ ਮਣੇ ਹੈ। ਸਗੋਂ ਸਾਰੇ ਵਿਗੜਾਂ ਦਾ ਨਾਸ਼ਕ ਸਰਬ ਲੋਹ ਦਾ ਕੜਾ ਬੱਚੇ ਦੇ ਹੱਥ ਵਿੱਚ ਪਾ ਦੇਣਾ ਚਾਹੀਦਾ ਹੈ। ਪਰਮੇਸ਼ਰ ਦੇ ਸ਼ੁਕਰਾਨੇ ਵਜੋਂ ਆਨੰਦ ਸਾਹਿਬ ਦਾ ਸਾਰਾ ਪਾਠ ਅਤੇ ਕੀਰਤਨ ਹੋਵੇ। ਸਤਿਗੁਰ ਸਾਚਾ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ। ਪਰਮੇਸ਼ਰ ਦਿੱਤਾ ਬੰਨਾ, ਦੁਖ ਰੋਗ ਕਾ ਡੇਰਾ ਭੰਨਾ। ਜਿਸ ਸਿਮਰਤ ਸਭ ਕਿਲ ਵਿਖ ਨਾਸੇ, ਪਿਤਰੀ ਹੋਏ ਉਦਾਰੂ। ਸੋ ਹਰ ਹਰ ਤੁਮ ਸਦ ਹੀ ਜਾਪੋ, ਜਾ ਕਾ ਅੰਤ ਨ ਪਾਰੋ। ਪੂਤਾ ਮਾਤਾ ਕੀ ਆਸੀਸ, ਨਿਮਖ ਨ ਬਿਸਰੋ ਤੁਮ ਕੋ ਹਰ ਹਰ। ਸਦਾ ਭਜੋ ਜਗਦੀਸ਼, ਆਦਿਕ ਸ਼ਬਦ ਪੜ੍ਹੇ ਜਾਣ। ਸ਼ਰਾਬ ਪੀਣੀ, ਕੁੱਕੜ ਵੱਢਣੇ ਮਹਾਨ ਪਾਪ ਹੈ। ਉਸੇ ਦਿਨ ਤੋਂ ਘਰ ਵਿੱਚ ਸਹਿਜ ਪਾਠ ਆਰੰਭਿਆ ਜਾਵੇ, ਜਿਸ ਦਾ ਪਾਠ ਬੱਚੇ ਅਤੇ ਮਾਤਾ ਨੂੰ ਸੁਣਾ ਕੇ ਭੋਗ ਪਾਇਆ ਜਾਵੇ। ਯਥਾ ਸ਼ਕਤ ਗੁਰੂ ਕੀਆਂ ਸੰਗਤਾਂ ਨੂੰ ਗੁਰੂ ਕਾ ਲੰਗਰ ਤਿਆਰ ਕਰਕੇ ਛਕਾਇਆ ਜਾਵੇ। ਸੋ ਗੁਰੂ ਰੂਪ ਸਾਧ ਸੰਗਤ ਜੀ, ਇਹ ਤੇ ਸੀ ਜਨਮ ਸੰਸਕਾਰ। ਕੱਲ ਦਾ ਸੰਸਕਾਰ ਆਵੇਗਾ ਵਿਦਿਆ ਸੰਸਕਾਰ। ਅੱਜ ਲਈ ਸਿਰਫ ਇੰਨਾ ਹੀ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਮੀਂਹ ਪੈਂਦਾ ਹੈ ਤਾਂ ਖੇਤੀਆਂ ਹਰੀਆਂ ਹੁੰਦੀਆਂ ਨੇ, ਨਵੀਆਂ ਕਰੂਮਲਾਂ ਫੁੱਟਦੀਆਂ ਹਨ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਖਾਲਸਾ ਜੀ ਸਾਡੀ ਸੁੱਕੀ ਹੋਈ ਸਰਦਾ ਦੀ ਜੜ ਲੱਗੇਗੀ।